ਸਤਿ ਸ਼੍ਰੀ ਅਕਾਲ। ABP ਸਾਂਝਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੇਜਿੰਦਰ ਕੌਰ। ਪੰਜਾਬ ਮੇਲ ਵਿੱਚ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਦੀ, ਜਿੱਥੇ ਕੇਜਰੀਵਾਲ ਸਰਕਾਰ ਅਤੇ ਕੇਂਦਰ ਸਰਕਾਰ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਹੈ। ਸੁਪਰੀਮ ਕੋਰਟ ਵੱਲੋਂ ਦਿੱਲੀ ਵਿੱਚ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਨੂੰ ਲੈ ਕੇ ਜੋ ਫੈਸਲਾ ਕੀਤਾ ਗਿਆ ਸੀ, ਉਸ ਨੂੰ ਕੇਂਦਰ ਸਰਕਾਰ ਨੇ ਹੁਣ ਆਰਡੀਨੈਂਸ ਲਿਆ ਕੇ ਪਲਟ ਦਿੱਤਾ ਹੈ, ਜਿਸ ਤੋਂ ਬਾਅਦ ਕੇਜਰੀਵਾਲ ਸਰਕਾਰ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਹੈ। ਉਸਨੇ ਇਸ ਨੂੰ ਫੈਸਲੇ ਨੂੰ ਅਸੰਵਿਧਾਨਕ करार दिता है। नाल ही केजरीवाल सरकार ने कहा है कि इस फैसले के खिलाफ वो सुप्रीम कोर्ट जाएंगे। रिपोर्ट में जानेंगे कि की है पूरा मामला, ते नाल ही जानेंगे कि इस ऑर्डीनेंस विच की कुछ है। दिल्ली दा बॉस मुड़ उप राज्यपाल, केंद्र दे ऑर्डीनेंस ते बवाल। जानते हैं कि ये अध्यादेश पूरी तरह से गैर कानूनी, गैर संवैधानिक और जनतंत्र के खिलाफ है। हम इसके खिलाफ सुप्रीम कोर्ट में या वो डालेंगे, इस ऑर्डिनेंस के खिलाफ सुप्रीम कोर्ट जाएंगे। ये सभी ऑपोजिशन पार्टीज़ को अपील करना चाहता हूँ कि राज्यसभा के अंदर जब ये बिल आएगा, ऑर्डिनेंस जब बिल के रूप में पेश किया जाएगा, इसे किसी भी हालत के अंदर राज्यसभा में पारित नहीं करवाना। मैं खुद एक एक पार्टी के नेताओं से जाके मिलूंगा। अगर आपको इतना यकीन है कि ये अध्यादेश गैर संवैधानिक है, तो अपने जो भी अधिवक्ता हैं उनसे कहिए कि सर्वोच्च न्यायालय में सोमवार को अर्जी लगा दे। दूध का दूध, पानी का पानी हो जाएगा। ਦਿੱਲੀ ਵਿੱਚ ਅਧਿਕਾਰੀਆਂ ਦੇ ਤਬਾਦਲੇ ਤਾਇਨਾਤੀ ਨੂੰ ਲੈ ਕੇ ਉਪ ਰਾਜਪਾਲ ਅਤੇ ਅਰਵਿੰਦ ਕੇਜਰੀਵਾਲ ਸਰਕਾਰ ਦੀ ਲੜਾਈ ਇੱਕ ਵਾਰ ਫਿਰ ਸੁਪਰੀਮ ਕੋਰਟ ਪਹੁੰਚ ਗਈ ਹੈ। 19 ਮਈ ਨੂੰ ਆਰਡੀਨੈਂਸ ਜਾਰੀ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਾਉਣ ਤੋਂ ਬਾਅਦ 20 ਮਈ ਨੂੰ ਕੇਂਦਰ ਸਰਕਾਰ ਖੁਦ ਸੁਪਰੀਮ ਕੋਰਟ ਪਹੁੰਚੀ ਅਤੇ 5 ਜੱਜਾਂ ਦੀ ਬੈਂਚ ਦੇ ਫੈਸਲੇ ਉੱਤੇ ਮੁੜ ਤੋਂ ਵਿਚਾਰ ਕਰਨ ਦੀ ਅਰਜ਼ੀ ਲਾਈ ਹੈ। 11 ਮਈ ਨੂੰ ਦਿੱਲੀ ਦੀ ਸਰਕਾਰ ਦੀ ਪਟੀਸ਼ਨ ਉੱਤੇ 5 ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ਪੁਲਿਸ ਕਾਨੂੰਨ ਵਿਵਸਥਾ ਅਤੇ ਪ੍ਰਾਪਰਟੀ ਨੂੰ ਛੱਡ ਕੇ ਉਪ ਰਾਜਪਾਲ ਬਾਕੀ ਮਾਮਲਿਆਂ ਵਿੱਚ ਦਿੱਲੀ ਸਰਕਾਰ ਦੀ ਸਲਾਹ ਅਤੇ ਸਹਿਯੋਗ ਤੋਂ ਹੀ ਕੰਮ ਕਰਨਗੇ। पिटीशन का क्या मतलब रहेगा? जब ऑर्डिनेंस लाके इन्होंने पूरे के पूरे जजमेंट को खत्म कर दिया, तो जो जजमेंट ही नहीं बचा उसका रिव्यू का कैसा? तो रिव्यू पिटीशन तो तभी मेंटेनेबल होगी जब अध्यादेश को वापस लिया जाएगा रिव्यू पिटीशन की हियरिंग के पहले। तो ये इंडिकेशन है कि जैसे ही सुप्रीम कोर्ट खुलेगा इस अध्यादेश को वापस ले लिया जाएगा? नहीं तो रिव्यू पिटीशन का मतलब ही नहीं है। जज तो यही कहेंगे कि भाई तुमने तो सारा हमारा जजमेंट खत्म कर दिया, तो रिव्यू पिटीशन किस बात की है? रिव्यू पिटीशन तो कुछ है ही नहीं। 7 ਦਿਨ ਬਾਅਦ ਯਾਨੀ ਕਿ 19 ਮਈ ਨੂੰ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ। ਆਰਡੀਨੈਂਸ ਵਿੱਚ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਵਿੱਚ ਉਪ ਰਾਜਪਾਲ ਦੀ ਭੂਮਿਕਾ ਦੇ ਨਾਲ ਦਿੱਲੀ ਸਰਕਾਰ ਦੇ ਅਧਿਕਾਰਾਂ ਦਾ ਵੀ ਜ਼ਿਕਰ ਹੈ। ਆਰਡੀਨੈਂਸ ਦੀ ਸਭ ਤੋਂ ਅਹਿਮ ਗੱਲ ਹੈ ਕਿ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਲਈ ਅਥਾਰਟੀ ਬਣਾ ਦਿੱਤੀ ਗਈ ਹੈ। ਅਧਿਕਾਰੀਆਂ ਦੇ ਤਬਾਦਲੇ ਤਾਇਨਾਤੀ ਦੀ ਸਿਫਾਰਿਸ਼ ਲਈ ਨੈਸ਼ਨਲ ਕੈਪੀਟਲ ਸਿਵਲ ਸਰਵਿਸ ਅਥਾਰਟੀ ਦਾ ਗਠਨ ਹੋਵੇਗਾ। ਅਥਾਰਟੀ 'ਚ ਦਿੱਲੀ ਦੇ ਸੀਐਮ, ਮੁੱਖ ਸਕੱਤਰ ਅਤੇ ਪ੍ਰਮੁੱਖ ਗ੍ਰਹਿ ਸਕੱਤਰ ਸ਼ਾਮਲ ਹੋਣਗੇ। ਫੈਸਲਾ ਬਹੁਮਤ ਨਾਲ ਹੋਵੇਗਾ। ਬੈਠਕ ਲਈ ਕੋਰਮ 2 ਲੋਕਾਂ ਦਾ ਹੋਵੇਗਾ। ਜੇਕਰ ਸੀਐਮ ਨਹੀਂ ਵੀ ਆਉਂਦੇ ਤਾਂ ਵੀ ਬੈਠਕ ਪ੍ਰਵਾਨਿਤ ਹੋਵੇਗੀ। ਅਥਾਰਟੀ ਦੀ ਸਿਫਾਰਿਸ਼ ਉਪ ਰਾਜਪਾਲ ਨੂੰ ਭੇਜੀ ਜਾਵੇਗੀ। ਅੰਤਿਮ ਫੈਸਲਾ ਉਪ ਰਾਜਪਾਲ ਦਾ ਹੀ ਹੋਵੇਗਾ। ਦਿੱਲੀ ਦੀ ਵਿਧਾਨ ਸਭਾ ਨੂੰ ਕੇਂਦਰ ਅਤੇ ਰਾਜ ਸੇਵਾ ਦੇ ਅਧਿਕਾਰੀਆਂ ਦੇ ਵਿਸ਼ੇ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੋਵੇਗਾ। ਇੱਕ ਤਰ੍ਹਾਂ ਨਾਲ ਕੇਂਦਰ ਨੇ ਦਿੱਲੀ ਦੇ ਉਪ ਰਾਜਪਾਲ ਨੂੰ ਉਹਨਾਂ ਦਾ ਖੋਇਆ ਅਧਿਕਾਰ ਵਾਪਸ ਕਰ ਦਿੱਤਾ ਹੈ, ਕਿਉਂਕਿ ਅਥਾਰਟੀ ਵਿੱਚ ਜੇਕਰ ਅਫਸਰਾਂ ਦੇ ਤਬਾਦਲੇ ਤਾਇਨਾਤੀ ਨੂੰ ਲੈ ਕੇ ਕੋਈ ਵਿਵਾਦ ਖੜਾ ਹੁੰਦਾ ਹੈ ਤਾਂ ਆਖਰੀ ਫੈਸਲਾ ਦਿੱਲੀ ਦੇ ਉਪ ਰਾਜਪਾਲ ਵੱਲੋਂ ਲਿਆ ਜਾਵੇਗਾ। ਇਸ ਤਰ੍ਹਾਂ ਦਿੱਲੀ ਦੇ ਉਪ ਰਾਜਪਾਲ ਨੂੰ ਪਹਿਲਾਂ ਵਾਲੇ ਅਧਿਕਾਰ ਮਿਲ ਜਾਣਗੇ। दिल के अंदर जानते हैं कि ये अध्यादेश पूरी तरह से गैर कानूनी, गैर संवैधानिक और जनतंत्र के खिलाफ है। इन्हें पूरी तरह से पता था कि अगर सुप्रीम कोर्ट के खुले होते हुए अगर ये अध्यादेश ले आते और हम अगर अगले दिन इसको सुप्रीम कोर्ट में चुनौती देते, तो सुप्रीम कोर्ट में ये 5 मिनट भी ये अध्यादेश टिकने वाला नहीं था। तो क्या इस अध्यादेश की लाइफ केवल 1.25 महीने की है जब तक सुप्रीम कोर्ट बंद है? 1 जुलाई को सुप्रीम कोर्ट खुलेगा, हम इसको चैलेंज करेंगे सुप्रीम कोर्ट के अंदर, और फिर सुप्रीम कोर्ट, हम जानते हैं कि ये भी जानते हैं अंदर खाने, ये भी जानते हैं कि इस अध्यादेश का क्या होगा। मैं खुद एक एक पार्टी के नेताओं से जाके मिलूंगा, उनसे समर्थन मांगूंगा कि इस बिल को अपोज करना है, ये जनतंत्र के खिलाफ है। किसी भी हालत में हमें इस बिल को पास नहीं होने देना राज्यसभा के अंदर। केजरीवाल जी, आपने वक्तव्य दिया है कि 5 मिनट में यह अध्यादेश उड़ जाएगा, तो मुफ्त में आपको एक सलाह भी देता हूं और ज्ञान भी देता हूं। यह देश का सर्वोच्च न्यायालय है, अपने दायित्व
और कर्तव्य को जानता है और सर्वोच्च न्यायालय में कोई छुट्टी नहीं होती है, वेकेशन बेंच है। अगर आपको इतना यकीन है कि यह अध्यादेश गैर संवैधानिक है तो अपने जो भी अधिवक्ता हैं उनसे कहिए कि सर्वोच्च न्यायालय में सोमवार को अर्जी लगा दे, दूध का दूध पानी का पानी हो जाएगा। ਜੇਕਰ ਸਦਨ ਵਿੱਚ ਆਰਡੀਨੈਂਸ ਨੂੰ ਪਾਸ ਕਰ ਦਿੱਤਾ ਜਾਵੇ ਤਾਂ ਇਹ ਕਾਨੂੰਨ ਬਣ ਜਾਂਦਾ ਹੈ, ਪਰ ਜੇਕਰ ਤੈਅ ਸਮੇਂ ਵਿੱਚ ਸਦਨ ਤੋਂ ਪਾਸ ਨਹੀਂ ਹੁੰਦਾ ਤਾਂ ਇਹ ਸਮਾਪਤ ਹੋ ਜਾਂਦਾ ਹੈ। ਹਾਲਾਂਕਿ ਸਰਕਾਰ ਇੱਕ ਹੀ ਆਰਡੀਨੈਂਸ ਨੂੰ ਵਾਰ-ਵਾਰ ਵੀ ਜਾਰੀ ਕਰ ਸਕਦੀ ਹੈ। ਹੁਣ ਜਿਹੜਾ ਕੇਂਦਰ ਸਰਕਾਰ ਆਰਡੀਨੈਂਸ ਲੈ ਕੇ ਆਈ ਹੈ ਉਸ ਨਾਲ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਾਇਆ ਗਿਆ ਹੈ, ਕਿਉਂਕਿ ਸੁਪਰੀਮ ਕੋਰਟ ਨੇ 11 ਮਈ ਨੂੰ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਉਪ ਰਾਜਪਾਲ ਦਿੱਲੀ ਸਰਕਾਰ ਦੀ ਸਲਾਹ ਉੱਤੇ ਹੀ ਕੰਮ ਕਰਨਗੇ। ਸੁਪਰੀਮ ਕੋਰਟ ਨੇ ਕਿਹਾ ਸੀ ਪੁਲਿਸ, ਕਾਨੂੰਨ ਵਿਵਸਥਾ ਅਤੇ ਜ਼ਮੀਨ ਦੇ ਵਿਸ਼ੇ ਨੂੰ ਛੱਡ ਕੇ ਦਿੱਲੀ 'ਚ ਪ੍ਰਸ਼ਾਸਨ ਤੇ ਕੰਟਰੋਲ ਚੁਣੀ ਹੋਈ ਸਰਕਾਰ ਦਾ ਹੀ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਦਿੱਲੀ ਦੀ ਚੁਣੀ ਹੋਈ ਸਰਕਾਰ ਦਾ ਕੌਮੀ ਰਾਜਧਾਨੀ ਖੇਤਰ ਦੀ ਦਿੱਲੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕੰਟਰੋਲ ਹੈ, ਨੌਕਰਸ਼ਾਹੀ ਤੇ ਵੀ ਉਸੇ ਦਾ ਕੰਟਰੋਲ ਹੋਵੇਗਾ। ਕੋਰਟ ਨੇ ਕਿਹਾ ਸੀ ਕਿ ਜੇਕਰ ਅਧਿਕਾਰੀ ਮਹਿਸੂਸ ਕਰਦੇ ਨੇ ਕਿ ਉਹ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੈ ਤਾਂ ਇਸ ਨਾਲ ਜ਼ਿੰਮੇਵਾਰੀ ਦੀ ਭਾਵਨਾ ਕਮਜ਼ੋਰ ਹੋਵੇਗੀ ਅਤੇ ਸਰਕਾਰ ਤੇ ਅਸਰ ਪਵੇਗਾ। ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਆਰਡੀਨੈਂਸ ਨਾਲ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਪਲਟਾ ਦਿੱਤਾ ਹੈ। ਨਤੀਜਾ ਮੁੜ ਉਪ ਰਾਜਪਾਲ ਦੀਆਂ ਸ਼ਕਤੀਆਂ ਨੂੰ ਲੈ ਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਆਮੋ ਸਾਹਮਣੇ ਹੈ। ਬਰਖਾਸਤ AIG ਰਾਜੀਤ ਸਿੰਘ ਨੂੰ ਪਨਾਹ ਦੇਣ ਵਾਲੇ ਜਲਦ ਹੀ ਰਡਾਰ ਤੇ ਹੋਣਗੇ ਤੇ ਰਾਜੀਤ ਅਤੇ ਉਸਦੇ ਰਾਜ਼ ਵੀ ਜਲਦ ਸਾਹਮਣੇ ਆਉਣਗੇ। ਇਹ ਦਾਅਵਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ। ਪਿਛਲੇ 1 ਮਹੀਨੇ ਤੋਂ ਰਾਜੀਤ ਸਿੰਘ ਫਰਾਰ ਚੱਲ ਰਿਹਾ, ਉਸ ਨੂੰ ਪੰਜਾਬ ਪੁਲਿਸ ਹਲੇ ਫੜ ਤਾਂ ਨਹੀਂ ਸਕੀ ਹੈ, ਪਰ ਹੁਣ ਇਸ ਵਿਚਕਾਰ ਆਮ ਆਦਮੀ ਪਾਰਟੀ ਵੱਲੋਂ ਇਹ ਵੱਡਾ ਦਾਅਵਾ ਕੀਤਾ ਗਿਆ ਹੈ। ਰਾਜੀ ਦੀ ਜਿਹੜੀ ਇਨਵੋਲਵਮੈਂਟ ਸੀ ਉਹ ਡਰੱਗ ਮਾਫੀਆ ਦੇ ਵਿੱਚ ਬਹੁਤ ਵੱਡੇ ਸਤਰ ਤੇ ਸਾਹਮਣੇ ਆ ਰਹੀ ਹੈ। ਸਰਕਾਰ ਇਹ ਤੇ ਕਿਸੇ ਤਰ੍ਹਾਂ ਦਾ ਕੋਈ ਫਲੈਕਸੀਬਲ ਹੋਣ ਨੂੰ ਤਿਆਰ ਨਹੀਂ, ਨਾ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈ। ਬਰਖਾਸਤ AIG ਰਾਜੀਤ ਸਿੰਘ ਨੂੰ ਹੁਣ ਪਨਾਹ ਦੇਣ ਵਾਲੇ ਰਡਾਰ ਤੇ ਨੇ। 1 ਮਹੀਨੇ ਤੋਂ ਫਰਾਰ ਰਾਜੀਤ ਸਿੰਘ ਨੂੰ ਫੜਨ ਵਿੱਚ ਤਾਂ ਹਲੇ ਸਰਕਾਰ ਕਾਮਯਾਬ ਨਹੀਂ ਹੋ ਸਕੀ ਹੈ, ਪਰ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਰਾਜੀਤ ਸਿੰਘ ਅਤੇ ਉਸਦੇ ਰਾਜ਼ ਵੀ ਹੁਣ ਜਲਦ ਬਾਹਰ ਆਉਣਗੇ। ਦਮ ਭਰਿਆ ਕਿ ਸਰਕਾਰ ਕੋਈ ਵੀ ਕੰਪਰੋਮਾਈਜ਼ ਨਹੀਂ ਕਰੇਗੀ। ਅਜੇ ਉਹ ਭਗੌੜਾ ਹੈ, ਪੁਲਿਸ ਦੀ ਗ੍ਰਿਫਤ 'ਚ ਨਹੀਂ ਆਇਆ। ਕਈ ਵਾਰ ਟਾਈਮ ਲੱਗ ਜਾਂਦਾ ਕਈ ਚੀਜ਼ਾਂ ਨੂੰ, ਬਹੁਤ ਸਾਰੇ ਉਹਨੂੰ ਸ਼ੈਲਟਰ ਦੇਣ ਵਾਲੀਆਂ ਤਾਕਤਾਂ ਵੀ ਹੋ ਸਕਦੀਆਂ ਹੈ, ਪਰ ਮੇਰਾ ਤੁਹਾਡੇ ਰਾਹੀਂ ਇਹ ਬੜਾ ਸਪਸ਼ਟ ਕਹਿਣਾ ਹੈ ਕਿ ਸਰਕਾਰ ਦਾ ਇਸ ਮਸਲੇ ਨੂੰ ਲੈ ਕੇ, ਕਿਉਂਕਿ ਰਾਜੀ ਦੀ ਜਿਹੜੀ ਇਨਵੋਲਵਮੈਂਟ ਸੀ ਉਹ ਡਰੱਗ ਮਾਫੀਆ ਦੇ ਵਿੱਚ ਬਹੁਤ ਵੱਡੇ ਸਤਰ ਤੇ ਸਾਹਮਣੇ ਆ ਰਹੀ ਹੈ। ਸੋ ਸਰਕਾਰ ਇਹ ਤੇ ਕਿਸੇ ਤਰ੍ਹਾਂ ਦਾ ਕੋਈ ਫਲੈਕਸੀਬਲ ਹੋਣ ਨੂੰ ਤਿਆਰ ਨਹੀਂ, ਨਾ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈ, ਨਾ ਬਖਸ਼ਣ ਨੂੰ ਤਿਆਰ। ਸੋ ਕਈ ਵਾਰ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ, ਦੇਰ ਹੋ ਸਕਦੀ ਹੈ, ਅੰਧੇਰ ਨਹੀਂ ਹੈ। ਮੈਨੂੰ ਲੱਗਦਾ ਬਹੁਤ ਜਲਦੀ ਰਾਜਜੀਤ ਵੀ ਔਰ ਰਾਜਜੀਤ ਨਾਲ ਜੁੜੇ ਰਾਜ ਵੀ ਸਾਹਮਣੇ ਆਉਣਗੇ। ਪਰ ਸਵਾਲ ਇਹ ਕਿ ਰਾਜਜੀਤ ਕੇਸ ਵਿੱਚ ਕਿਉਂ ਹੈ ਸਰਕਾਰ ਦੀ ਢਿੱਲੀ ਰਫ਼ਤਾਰ? ਇਹ ਸਵਾਲ ਇਸ ਲਈ ਵੀ ਕਿਉਂਕਿ ਮਾਨ ਸਰਕਾਰ ਬਣਨ ਤੇ ਕਈ ਛੋਟੇ ਵੱਡੇ ਡਰੱਗ ਕੇਸਾਂ ਵਿੱਚ ਕਰੀਬ 20,000 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ, ਪਰ ਸਭ ਤੋਂ ਵੱਡੇ ਡਰੱਗ ਕੇਸ ਵਿੱਚ ਸਰਕਾਰ ਤੇ ਪੁਲਿਸ ਦੀ ਰਫ਼ਤਾਰ ਇੰਨੀ ਢਿੱਲੀ ਕਿਉਂ ਹੈ? ਉਹ ਵੀ ਉਦੋਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਤੇਜ਼ੀ ਦੇ ਨਾਲ ਟਵੀਟ ਕੀਤਾ। ਇਸ ਕੇਸ ਵਿੱਚ ਸਖਤ ਕਾਰਵਾਈ ਦਾ ਦਮ ਭਰਿਆ ਸੀ ਤੇ ਹੁਣ ਫਰਾਰ ਰਾਜੀਤ ਚੁਸਤ ਤੇ ਪੁਲਿਸ ਸੁਸਤ ਨਜ਼ਰ ਆ ਰਹੀ ਹੈ, ਕਿਉਂਕਿ CM ਦੇ ਟਵੀਟ ਤੋਂ ਬਾਅਦ ਰਾਜੀਤ ਤਾਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ, ਪਰ ਆਪਣੇ ਹੀ ਬਰਖਾਸਤ AIG ਰਾਜੀਤ ਸਿੰਘ ਨੂੰ ਲੱਭਣ ਵਿੱਚ ਪੰਜਾਬ ਪੁਲਿਸ ਨਾਕਾਮ ਰਹੀ ਹੈ। ਪਹਿਲਾਂ ਮਾਨ ਸਰਕਾਰ ਦੀ ਡਰੱਗਸ ਕੇਸਾਂ ਵਿੱਚ ਹੁਣ ਤੱਕ ਦੀ ਕਾਰਗੁਜ਼ਾਰੀ ਜਾਣ ਲਓ। 16 ਮਾਰਚ 2022 ਤੋਂ 15 ਮਈ 2023 NDPS ਐਕਟ ਦੇ ਤਹਿਤ ਡਰੱਗ ਰਿਕਵਰੀ ਕੁੱਲ ਕੇਸ 14,999 ਦਰਜ ਕੀਤੇ ਗਏ ਤੇ ਕੁੱਲ 20,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ। ਇਹ ਸਾਰੇ ਆંકੜੇ ਮਾਨ ਸਰਕਾਰ ਬਣਨ ਤੋਂ ਬਾਅਦ ਦੇ ਨੇ ਅਤੇ ਸਰਕਾਰ ਇਹ ਡਰੱਗ ਰਿਕਵਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਆਪਣੀ ਪਿੱਠ ਵੀ ਥਾਪੜਦੀ ਰਹੀ ਹੈ। ਹੁਣ ਮਾਨ ਸਰਕਾਰ ਦੇ ਬਣਨ ਤੋਂ ਬਾਅਦ 15 ਮਈ 2023 ਤੱਕ 15,000 ਪਰਚੇ ਦਰਜ ਹੋ ਚੁੱਕੇ ਨੇ, 20,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਪਰ ਪੰਜਾਬ ਦੇ ਸਭ ਤੋਂ ਵੱਡੇ ਡਰੱਗ ਕੇਸ ਦੇ ਮੁਲਜ਼ਮ ਰਾਜੀਤ ਸਿੰਘ ਤੇ ਪੁਲਿਸ ਇੰਨੀ ਮਿਹਰਬਾਨ ਕਿਉਂ ਹੈ? ਕਿਉਂਕਿ ਜੇਕਰ 1 ਸਾਲ ਵਿੱਚ ਪੁਲਿਸ ਵੱਲੋਂ ਡਰੱਗ ਕੇਸਾਂ ਵਿੱਚ ਇੰਨੇ ਪਰਚੇ ਦਰਜ ਕੀਤੇ ਗਏ ਨੇ ਤੇ ਕਈ ਗ੍ਰਿਫਤਾਰੀਆਂ ਹੋਈਆਂ ਨੇ, ਤਾਂ ਅਜਿਹੇ ਬੀਤੇ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਸਭ ਤੋਂ ਵੱਡਾ ਡਰੱਗ ਕੇਸ ਕ੍ਰੈਕ ਕਰਨ ਵਿੱਚ ਪੁਲਿਸ ਨੂੰ ਦੇਰੀ ਕਿਉਂ ਹੋ ਰਹੀ ਹੈ? ਜਿਹੜਾ ਵੀ ਵਾਂਟਡ ਪਰਸਨ ਹੈ ਉਹ ਹੀ ਵਿਲ ਬੀ ਅਰੈਸਟਡ, ਲਾਅ ਵਿਲ ਟੇਕਸ ਇਟਸ ਕੋਰਸ।
ਜਿਹੜਾ ਬੰਦਾ ਲਾਅ ਨੂੰ ਵਾਂਟਡ ਹੈ ਉਹ ਫੜਿਆ ਜਾਊਗਾ ਜੀ। Law will take its course. Whoever is wanted by the police will be arrested in due course of time. ਸਵਾਲ ਸੀ ਕਿ ਰਾਜੀਤ ਕਦੋਂ ਫੜਿਆ ਜਾਏਗਾ। ਡੀਜੀਪੀ ਕੋਲ ਸ਼ਾਇਦ ਕੋਈ ਹੋਰ ਜਵਾਬ ਨਹੀਂ ਹੈ, ਇਸ ਲਈ ਹਰ ਵਾਰ ਇੱਕੋ ਹੀ ਜਵਾਬ ਦਿੰਦੇ ਨੇ। ਲਫ਼ਜ਼ ਵੀ ਹੂਬਹੂ ਉਹੀ ਹੁੰਦੇ ਨੇ। ਇਉਂ ਲੱਗਦਾ ਹੈ ਜਿਵੇਂ ਕੋਈ ਟੇਪ ਰਿਕਾਰਡਰ ਚਲਾਇਆ ਹੋਵੇ। ਤਾਰੀਖਾਂ ਬਦਲਦੀਆਂ ਰਹੀਆਂ, ਮਹੀਨਾ ਲੰਘ ਗਿਆ, ਨਾ ਹੀ ਰਾਜੀਤ ਕੇਸ ਦਾ ਸਟੇਟਸ ਬਦਲਿਆ ਅਤੇ ਨਾ ਹੀ ਡੀਜੀਪੀ ਗੌਰਵ ਯਾਦਵ ਦਾ ਬਿਆਨ। ਉਹੀ ਗੱਲ ਵਾਰ-ਵਾਰ ਵਾਂਟਡ ਫੜਿਆ ਜਾਏਗਾ। ਮੈਂ ਪਹਿਲੇ ਵੀ ਕਿਹਾ ਸੀਗਾ ਕਿ ਜਿਹੜਾ ਵੀ ਵਾਂਟਡ ਪਰਸਨ ਹੈ ਉਹ ਹੀ ਵਿਲ ਬੀ ਅਰੈਸਟਡ। ਲਾਅ ਵਿਲ ਟੇਕਸ ਇਟਸ ਕੋਰਸ। Law will take its course as far as any wanted person is to be arrested. Investigation team ਉਹਨਾਂ ਦੀ ਬਣਾਈ ਹੈ। Law will take its course। ਦੇਖੋ ਜਿਹੜਾ ਬੰਦਾ ਲਾਅ ਨੂੰ ਵਾਂਟਡ ਹੈ ਉਹ ਫੜਿਆ ਜਾਊਗਾ ਜੀ। Law will take its course. Whoever is wanted by the police will be arrested in due course of time. ਡੀਜੀਪੀ ਦੀ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਵਾਰ ਕਹਿ ਚੁੱਕੇ ਨੇ ਕਿ ਰਾਜੀਤ ਫੜਿਆ ਜਾਏਗਾ, ਪਰ ਕਦੋਂ, ਇਸ ਦਾ ਜਵਾਬ ਡੀਜੀਪੀ ਵਾਂਗ ਮੁੱਖ ਮੰਤਰੀ ਕੋਲ ਵੀ ਨਹੀਂ ਹੈ। ਗ੍ਰਿਫਤਾਰੀ ਵੀ ਹੋ ਜੂਗੀ। ਸੋ ਇਹ ਨਾ ਹੋਵੇ ਕਿ ਆਓ ਜੀ ਅੱਜ ਹੀ ਇਹਦਾ ਰਿਜ਼ਲਟ ਆ ਗਿਆ। ਹਜੇ ਤਾਂ ਰਾਜਜੀਤ ਤੋਂ ਅੱਗੇ ਦੇਖੋ ਕੀ ਨਿਕਲਦਾ ਨਾ। ਰਾਜਜੀਤ ਤੋਂ ਜਦੋਂ ਅੱਗੇ ਜਾਵਾਂਗੇ, ਜਿਹੜੇ ਵੱਡੇ ਹੈਗੇ ਨੇ ਉਹ ਤਾਂ ਹਜੇ ਪਏ ਨੇ। ਉਹਦੇ ਵਾਸਤੇ ਹਰ ਰੋਜ਼ ਅਸੀਂ ਜਿਹੜੇ ਹੈ, ਹਾਲਾਂਕਿ ਬਹੁਤ ਸੀਕ੍ਰੇਟ ਹੈ, ਮੈਂ ਦੱਸ ਨਹੀਂ ਜ਼ਿਆਦਾ ਵੇਰਵੇ ਨਹੀਂ ਦੱਸਦਾ, ਹਰ ਰੋਜ਼ ਛਾਪੇ ਵੱਜ ਰਹੇ ਨੇ ਕਿੱਥੇ ਹੈ ਕਿੱਥੇ ਹੈ। ਸੋ ਇਸ ਤਰ੍ਹਾਂ ਦੇ ਸਵਾਲ ਤੁਸੀਂ 1 ਮਹੀਨਾ ਅੰਮ੍ਰਿਤਪਾਲ ਬਾਰੇ ਵੀ ਕਰਦੇ ਰਹੇ ਹੋ। ਕਾਲੇ ਨਾ ਹੋ, ਜਿਹਦਾ ਨਾਮ ਆ ਗਿਆ ਉਹ ਫੜਿਆ ਜਾਓ। ਪਰ ਹੁਣ ਜਦੋਂ ਐਸਆਈਟੀ ਰਿਪੋਰਟ ਖੁੱਲੀ ਨੂੰ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਫਿਰ ਵੀ ਪਤਾ ਨਹੀਂ ਕਾਰਵਾਈ ਕਰਨ ਲਈ ਇੰਨਾ ਵਕਤ ਕਿਉਂ ਲੱਗ ਰਿਹਾ ਹੈ। ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਦੋਂ 2017 ਤੋਂ ਸਬਰ ਕਰਕੇ ਬੈਠੇ ਇਹਨਾਂ ਲੋਕਾਂ ਨੂੰ ਹੋਰ ਇਨਸਾਫ ਦਾ ਕਿੰਨਾ ਇੰਤਜ਼ਾਰ ਕਰਨਾ ਪਏਗਾ। ਡੀਜੀਪੀ ਗੌਰਵ ਯਾਦਵ 80,000 ਦੀ ਪੁਲਿਸ ਨੂੰ ਲੀਡ ਕਰ ਰਹੇ ਨੇ। ਉਹਨਾਂ ਨੂੰ ਇਸ ਸੰਜੀਦਾ ਮੁੱਦੇ ਤੇ ਐਕਸ਼ਨ ਮੋਡ ਵਿੱਚ ਆਉਣ ਦੀ ਲੋੜ ਹੈ, ਨਾ ਕਿ ਰਟੇ ਰਟਾਏ ਜਵਾਬ ਦੇਣ ਦੀ। ਉਹ ਵੀ ਉਸ ਵੇਲੇ ਜਦੋਂ ਪੰਜਾਬ ਸਰਕਾਰ ਡਰੱਗ ਦੇ ਮੁੱਦੇ ਨੂੰ ਬਹੁਤ ਗੰਭੀਰ ਦੱਸਦੀ ਹੈ ਅਤੇ ਉਦੋਂ ਤੱਕ ਜਾਂਚ ਪਹੁੰਚਾਉਣ ਦਾ ਵਾਅਦਾ ਕਰਦੀ ਹੈ। ਫਿਲਹਾਲ ਸਰਕਾਰ ਪਿਛਲੇ 1 ਮਹੀਨੇ ਵਿੱਚ ਪਹਿਲੀ ਪੌੜੀ ਤੇ ਹੀ ਖੜੀ ਹੈ। ਸਰਕਾਰ ਦੇ ਹੱਥ ਖਾਲੀ ਨੇ, ਪਰ ਇਸ ਸਭ ਦੇ ਦਰਮਿਆਨ ਇੱਕ ਵਾਰ ਫੇਰ ਦਾਅਵਾ ਕਰ ਦਿੱਤਾ ਗਿਆ ਹੈ ਕਿ ਰਾਜਜੀਤ ਸਿੰਘ ਅਤੇ ਉਸਦੇ ਰਾਜ ਜਲਦ ਬਾਹਰ ਆਉਣਗੇ। ਨਹੀਂ ਬਦਲਣਗੇ ਜਥੇਦਾਰ, ਸੇਵਾਵਾਂ ਰਹਿਣਗੀਆਂ ਬਰਕਰਾਰ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਣ ਦੀਆਂ ਜੋ ਚਰਚਾਵਾਂ ਚੱਲ ਰਹੀਆਂ ਸਨ, ਉਸ ਤੇ ਹੁਣ ਬ੍ਰੇਕ ਲੱਗ ਗਿਆ ਹੈ। ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ, ਜਿਸ ਤੇ ਅੱਜ ਇਸ ਮਸਲੇ ਤੇ ਵਿਚਾਰਿਆ ਹੀ ਨਹੀਂ ਗਿਆ। ਐਸਜੀਪੀਸੀ ਨੇ ਇਸ ਮਸਲੇ ਨੂੰ ਮਹਿਜ਼ ਅਫਵਾਹ ਦੱਸਿਆ ਤੇ ਨਾਲ ਇਸ ਬੈਠਕ ਵਿੱਚ ਹੋਰ ਕਿਹੜੇ ਮੁੱਦੇ ਵਿਚਾਰੇ ਗਏ ਨੇ ਉਹ ਵੀ ਜਾਣਾਂਗੇ ਰਿਪੋਰਟ ਵਿੱਚ। ਸਿੰਘ ਸਾਹਿਬਾਨ ਜਿਹੜੇ ਆ ਇਹ ਵੀ ਕਿਉਂਕਿ ਸਮਾਜ ਦੇ ਵਿੱਚ ਵੀ ਰਹਿੰਦੇ ਆ ਤੇ ਇਹਨਾਂ ਦਾ ਇੱਕ ਆਪਣਾ ਮਰਿਆਦਾ ਵੀ ਆ। ਆ ਵੀ ਲੋਕ ਰੌਲਾ ਪਾਈ ਜਾਂਦੇ, ਕੋਈ ਜਥੇਦਾਰ ਸਾਹਿਬ ਬਾਰੇ ਕੋਈ ਗੱਲ ਹੋਈ ਤਾਂ ਹੈ ਨਹੀਂ। ਕਿਸੇ ਸਿਆਸੀ ਆਗੂ ਦੇ ਘਰੇ ਜਾਣ ਕਰਕੇ ਕੋਈ ਕਿਸੇ ਤਰ੍ਹਾਂ ਦਾ ਸਿਆਸੀ ਲੋਕਾਂ ਨੇ ਵਿਵਾਦ ਲੈ ਕੇ ਆਂਦਾ, ਮੈਨੂੰ ਲੱਗਦਾ ਇਹੋ ਜਿਹੀ ਕੋਈ ਗੱਲ ਨਹੀਂ। ਜਥੇਦਾਰ ਸਾਹਿਬ ਬਹੁਤ ਸਤਿਕਾਰਯੋਗ ਨੇ। ਇਹਨਾਂ ਬਿਆਨਾਂ ਦੇ ਨਾਲ ਹੀ ਜਥੇਦਾਰ ਬਦਲਣ ਦੀਆਂ ਚਰਚਾਵਾਂ ਤੇ ਹੁਣ ਬ੍ਰੇਕ ਲੱਗ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੇ ਨਵੇਂ ਜਥੇਦਾਰ ਨੂੰ ਨਿਯੁਕਤ ਕਰਨ ਦੀਆਂ ਹਰ ਪਾਸੇ ਚਰਚਾਵਾਂ ਸਨ, ਪਰ ਹੁਣ ਇਹਨਾਂ ਚਰਚਾਵਾਂ ਤੇ ਫੁੱਲ ਵਿਰਾਮ ਲੱਗ ਗਿਆ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਵਿੱਚ ਜਥੇਦਾਰ ਦਾ ਕੋਈ ਮੁੱਦਾ ਹੀ ਨਹੀਂ ਰਿਹਾ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜਨਰਲ ਸਕੱਤਰ ਨੇ ਸਿੱਧੇ ਤੌਰ ਤੇ ਕਿਹਾ ਕਿ ਸਾਡਾ ਕੋਈ ਅਜਿਹਾ ਵਿਚਾਰ ਹੀ ਨਹੀਂ ਹੈ। ਹਾਲਾਂਕਿ ਪ੍ਰਧਾਨ ਧਾਮੀ ਨੇ ਇਹ ਵੀ ਕਿਹਾ ਕਿ ਇਸ ਬਾਰੇ ਇੱਕ ਕਮੇਟੀ ਵੀ ਬਣਾਈ ਜਾਏਗੀ ਜੋ ਜਥੇਦਾਰ ਦੀ ਮਰਿਆਦਾ ਤੈਅ ਕਰੇਗੀ। ਇੱਕ ਕਮੇਟੀ ਹਾਲੇ ਕਿਉਂਕਿ ਬਣਾਈ ਨਹੀਂ, ਬਣਾਵਾਂਗੇ, ਕਿਉਂਕਿ ਹਰ ਇੱਕ ਸਿਸਟਮ ਦਾ ਇੱਕ ਕੋਡ ਆਫ ਕੰਡਕਟ ਹੁੰਦਾ ਤੇ ਉਹ ਅਸੀਂ ਜਿਵੇਂ ਪਹਿਲਾਂ ਕਮੇਟੀਆਂ ਵਿੱਚ ਜਥੇਦਾਰ ਕਿਵੇਂ ਨਿਯੁਕਤ ਹੋਣ, ਕਿਵੇਂ ਉਹਨਾਂ ਨੂੰ ਜਿਹੜਾ ਜਿਸਲੇ ਉਹ ਸੇਵਾ ਮੁਕਤ ਕੀਤਾ ਜਾਂਦਾ, ਤੇ ਇਹਦਾ ਵੀ ਇੱਕ ਜਿਹੜਾ ਅਸੀਂ ਪਰਫਾਰਮਾ ਭਾਵੇਂ ਮੰਨ ਕਹਿ ਲਈਏ ਫਾਰਮਲ ਤੌਰ ਤੇ ਬਣਿਆ ਆ, ਉਹ ਵੀ ਅਸੀਂ ਬਣਾ ਕੇ ਵੀ ਫਰਦਰ ਜਿਹੜਾ ਆ ਵੀ ਸਿੰਘ ਸਾਹਿਬਾਨ ਜਿਹੜੇ ਆ ਇਹ ਵੀ ਕਿਉਂਕਿ ਸਮਾਜ ਦੇ ਵਿੱਚ ਵੀ ਰਹਿੰਦੇ ਆ ਤੇ ਇਹਨਾਂ ਦਾ ਇੱਕ ਆਪਣਾ ਮਰਿਆਦਾ ਵੀ ਆ। ਉਹ ਮਰਿਆਦਾਵਾਂ ਕਿੱਥੇ ਤੱਕ ਸੀਮਿਤ ਰਹਿਣੀਆਂ ਉਹ ਅਸੀਂ 5-7 ਦਿਨ ਦੇ ਵਿੱਚ ਸਾਰੀਆਂ ਇੱਕ ਕਮੇਟੀ ਬਣਾ ਕੇ ਸਾਰਾ ਹੀ ਧਰਮ ਪ੍ਰਚਾਰ ਦੇ ਵਿੱਚੋਂ ਉਹ ਵੀ ਅਸੀਂ ਨਿਰਧਾਰਤ ਕਰਾਂਗੇ। ਬੜੇ ਜਿਵੇਂ ਕਹਿੰਦੇ ਵੱਡੀਆਂ ਗੱਲਾਂ ਜੇ ਕਹਿ ਲਓ ਵੀ ਦੇਸ਼ ਦੀ ਸਰਕਾਰ, ਸੂਬੇ ਦੀਆਂ ਸਰਕਾਰਾਂ, ਅਕਾਲੀ ਦਲ ਜਾਂ
ਜਾਂ SGPC ਆ, ਸਭ ਨੂੰ ਉਹਨਾਂ ਨੇ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਬੜਾ ਅੱਛਾ ਰੋਲ ਅਦਾ ਕਰ ਰਹੇ ਨੇ। ਐਸੀ ਕੋਈ ਗੱਲ ਨਹੀਂ, ਇਹ ਸਿਰਫ ਵਿਵਾਦ ਪੈਦਾ ਕੀਤਾ ਜਾ ਰਿਹਾ। ਸੋਸ਼ਲ ਮੀਡੀਆ ਤੇ ਹੀ ਵੇਖ ਰਹੇ ਆ ਤੇ ਮੈਨੂੰ ਇਸ ਗੱਲ ਦਾ ਤੁਹਾਨੂੰ ਪਤਾ ਨਹੀਂਗਾ ਵੀ ਉਹ ਕੋਈ ਗੱਲ ਚੱਲਦੀ ਹੈ ਜਾਂ ਨਹੀਂ ਚੱਲਦੀ। ਤੇ ਬਾਕੀ ਮੈਂ ਸਮਝਦਾ ਕਿ ਇਹਦਾ ਕਸੂਰ ਵੀ ਕੋਈ ਨਹੀਂਗਾ ਕਿਸੇ ਗੱਲ ਦਾ ਕੋਈ ਹੈਗਾ। ਵਿਆਹ 'ਚ ਹੀ ਸ਼ਾਮਲ ਹੋਏ ਆ। ਵਿਆਹ 'ਚ ਕੋਈ ਵੀ ਕਿਸੇ ਦੇ ਜਾ ਸਕਦਾ, ਮਰਗ ਤੇ ਵੀ ਜਾ ਸਕਦੇ ਆ, ਪੋਲੀਟੀਕਲ ਬੰਦੇ ਵੀ ਜਾਂਦੇ ਆ, ਧਾਰਮਿਕ ਵੀ ਜਾਂਦੇ ਆ, ਮਹਾਂਪੁਰਸ਼ ਵੀ ਜਾਂਦੇ ਆ। ਮੈਨੂੰ ਨਹੀਂ ਸਮਝ ਲੱਗਦੀ ਵੀ ਕਿਉਂ ਇਹੋ ਜਿਹਾ ਕੋਈ ਇਹ ਗੱਲ ਜਿਹੜੀ ਹੋ ਰਹੀ ਆ। ਮੈਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ਨੇ ਉਸ ਸਮੇਂ ਤੋਂ ਬਾਅਦ ਤੂਲ ਫੜਿਆ ਜਦੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਦੇ ਮੰਗਣੀ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ ਸੀ। 13 ਮਈ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਇਹ ਸਮਾਗਮ ਹੋਇਆ ਸੀ। 13 ਮਈ ਨੂੰ ਹੀ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਦੀ ਇੱਕ ਫੇਸਬੁੱਕ ਪੋਸਟ ਵੀ ਸਾਹਮਣੇ ਆਈ ਸੀ, ਜਿਸ ਵਿੱਚ ਉਹਨਾਂ ਨੇ ਜਥੇਦਾਰ ਦੇ ਸਮਾਗਮ ਵਿੱਚ ਸ਼ਮੂਲੀਅਤ ਤੇ ਸਵਾਲ ਖੜੇ ਕੀਤੇ ਸੀ। ਕਿਹਾ ਇਹ ਵੀ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਲੇ ਚੱਲ ਰਹੀ ਕੁੜੱਤਣ ਵਿੱਚ ਰਾਘਵ ਚੱਡਾ ਦੀ ਮੰਗਣੀ ਇੱਕ ਬਹਾਨੇ ਦਾ ਰੂਪ ਧਾਰ ਗਈ ਹੈ, ਕਿਉਂਕਿ ਪਿਛਲੇ 1 ਸਾਲ ਤੋਂ ਅਕਾਲੀ ਦਲ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਸੰਬੰਧ ਕੋਈ ਚੰਗੇ ਨਹੀਂ ਮੰਨੇ ਜਾ ਰਹੇ ਸੀ। ਇਸ ਸਭ ਦੇ ਦਰਮਿਆਨ SGPC ਨੇ ਅੰਤਰਿਮ ਕਮੇਟੀ ਦੀ ਮੀਟਿੰਗ ਸੱਦੀ ਤਾਂ ਮੁੱਦਾ ਹੋਰ ਭਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਜਾ ਸਕਦਾ ਹੈ, ਪਰ ਸ਼ਨੀਵਾਰ ਨੂੰ ਹੋਈ ਬੈਠਕ ਵਿੱਚ ਇਹ ਵਿਸ਼ਾ ਹੀ ਨਹੀਂ ਰਿਹਾ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਮੀਟਿੰਗ ਵਿੱਚ ਜਨਰਲ ਕੰਮਾਂ ਨੂੰ ਲੈ ਕੇ ਚਰਚਾ ਹੋਈ ਤੇ ਫੈਸਲੇ ਲਏ ਗਏ, ਜਿਸ ਵਿੱਚ ਸਭ ਤੋਂ ਵੱਡਾ ਮੁੱਦਾ ਬੇਅਦਬੀ ਦਾ ਰਿਹਾ। SGPC ਨੇ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਚਿੰਤਾ ਜ਼ਾਹਰ ਕੀਤੀ ਅਤੇ ਸਰਕਾਰ ਤੇ ਵੀ ਕੋਈ ਕਦਮ ਨਾ ਚੁੱਕੇ ਜਾਣ ਦੇ ਇਲਜ਼ਾਮ ਲਗਾਏ, ਤੇ ਜਿਸ ਦਾ ਜਵਾਬ ਪੰਜਾਬ ਸਰਕਾਰ ਨੇ ਵੀ ਦਿੱਤਾ ਹੈ ਕਿ ਆਪਣੇ ਗੁਰੂ ਘਰਾਂ ਦੇ ਵਿੱਚ ਦਿਨ ਦਾ ਵੀ ਤੇ ਰਾਤ ਦਾ ਵੀ ਉਹ ਪਹਿਰੇ ਦੇ ਤੌਰ ਤੇ ਇੱਕ ਸੇਵਾਦਾਰ ਪੱਕਾ ਰੱਖਿਆ ਜਾਵੇ, ਤਾਂ ਕਿ ਕੋਈ ਲਗਾਤਾਰ ਜਿਹੜਾ ਇਹ ਚੱਲ ਰਿਹਾ ਬੇਅਦਬੀਆਂ ਦਾ ਮਾਹੌਲ ਇਹਨੂੰ ਖਤਮ ਕੀਤਾ ਜਾ ਸਕੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੇ ਅੱਜ ਇਹ ਵੀ ਫਿਕਰਮੰਦੀ ਜ਼ਾਹਰ ਕੀਤੀ ਕਿ ਸਰਕਾਰਾਂ ਇਸ ਮਸਲੇ ਤੇ ਬਿਲਕੁਲ ਸੁੱਤੀਆਂ ਪਈਆਂ। ਕੋਈ ਕਦਮ ਸਰਕਾਰ ਵੱਲੋਂ ਨਹੀਂ ਉਠਾਇਆ ਜਾ ਰਿਹਾ, ਜਿਹੜਾ ਕਿ ਸਾਡੇ ਲਈ ਅੱਜ ਇੱਕ ਚਿੰਤਾ ਦਾ ਵਿਸ਼ਾ ਆ। ਰੋਜ਼ ਇੱਕ ਘਟਨਾ ਜਿਹੜੀ ਆ ਉਹ ਰੋਜ਼ ਘਟਦੀ ਆ। ਸੋ ਇਹਦੇ ਬਾਬਤ ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਗਈ ਕਿ ਤੁਸੀਂ ਇਹਦੇ ਤੇ ਸਖਤ ਤੋਂ ਸਖਤ ਕਾਨੂੰਨ ਬਣਾਓ, ਤਾਂ ਕਿ ਇਹੋ ਜਿਹੇ ਜਿਹੜੇ ਜੁਰਮ ਆ ਇਹਨਾਂ ਨੂੰ ਠੱਲ ਪਾਈ ਜਾ ਸਕੇ। ਗਵਰਨਮੈਂਟ ਸਪਾਂਸਰਡ ਬੇਅਦਬੀਆਂ ਕਰਵਾਈਆਂ ਗਈਆਂ ਔਰ ਬੇਅਦਬੀਆਂ ਕਰਨ ਵਾਲਿਆਂ ਨੂੰ ਬਚਾਇਆ ਜਾਂਦਾ ਰਿਹਾ। ਮਾਨ ਸਾਹਿਬ ਦੀ ਸਰਕਾਰ 'ਚ ਨੋ ਡਾਊਟ ਕੁਝ ਇਨਸੀਡੈਂਟ ਹੋਇਆ, ਲੇਕਿਨ ਲੋਕਾਂ ਤੇ ਕਾਰਵਾਈ ਵੀ ਹੋ ਰਹੀ ਹੈ, ਲੋਕ ਫੜੇ ਵੀ ਜਾ ਰਹੇ ਆ ਔਰ ਸਰਕਾਰ ਇਹਦੇ ਤੇ ਬਹੁਤ ਸੰਜੀਦਗੀ ਨਾਲ ਸਖਤੀ ਨਾਲ ਕੰਮ ਕਰ ਰਹੀ ਹੈ। ਪੰਜਾਬ ਦੀ ਅਸੈਂਬਲੀ ਨੇ ਪ੍ਰਸਤਾਵ ਭੇਜਿਆ ਹੋਇਆ ਭਾਰਤ ਸਰਕਾਰ ਨੂੰ। ਉਹ ਹਜੇ ਤੱਕ ਕਾਨੂੰਨ ਜਿਹੜਾ ਆ ਭਾਰਤ ਸਰਕਾਰ ਦੇ ਪਾਲੇ 'ਚ ਹੈ, ਉਹਨਾਂ ਨੇ ਉਹਨੂੰ ਅਪਰੂਵ ਨਹੀਂ ਕੀਤਾ, ਮੋਹਰ ਨਹੀਂ ਲਾਈ। ਮੈਨੂੰ ਲੱਗਦਾ ਹੈ ਵੀ ਅਸੀਂ ਵੀ ਅਪੀਲ ਕਰਦੇ ਭਾਰਤ ਸਰਕਾਰ ਨੂੰ ਜਲਦੀ ਤੋਂ ਜਲਦੀ ਜਿਹੜੀਆਂ ਕੜੀ ਸਜ਼ਾਵਾਂ ਦੇਣ ਦਾ ਪ੍ਰੋਵੀਜ਼ਨ ਉਸ ਪ੍ਰਸਤਾਵ ਸੀਗਾ ਪੰਜਾਬ ਅਸੈਂਬਲੀ ਦੇ, ਉਸ ਨੂੰ ਕਾਨੂੰਨ ਦੇ ਤੌਰ ਤੇ ਮਨਜ਼ੂਰ ਕੀਤਾ ਜਾਵੇ। ਔਰ SGPC ਪ੍ਰਧਾਨ ਨੇ ਜਾਣਕਾਰੀ ਦਿੱਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਦੇ ਮੱਦੇਨਜ਼ਰ ਸੁਰੱਖਿਆ ਦੇ ਲਈ ਲੋੜੀਂਦੇ ਕਦਮ ਚੁੱਕੇ ਗਏ ਨੇ। ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀ ਸੁਰੱਖਿਆ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ। ਇਸ ਦੇ ਨਾਲ ਹੀ SGPC ਹੁਣ ਪਹਿਲਵਾਨਾਂ ਦੇ ਹੱਕ ਵਿੱਚ ਵੀ ਉਤਰ ਆਈ ਹੈ। ਜਲਦੀ SGPC ਦਾ ਵਫਦ ਦਿੱਲੀ ਵਿੱਚ ਜੰਤਰ ਮੰਤਰ ਪਹੁੰਚੇਗਾ, ਜਿੱਥੇ SGPC ਦੇ ਮੈਂਬਰ ਪਹਿਲਵਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣਗੇ। ਬੜੇ ਅਫਸੋਸ ਨਾਲ ਐਗਜ਼ੈਕਟਿਵ ਕਮੇਟੀ ਨੇ ਅੱਜ ਇਸ ਗੱਲ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਵੀ ਦਿੱਲੀ ਦੇ ਵਿੱਚ ਲਗਾਤਾਰ ਉਹ ਜਿਹੜੇ ਉੱਥੇ ਧਰਨੇ ਤੇ ਬੈਠੇ ਆ ਤੇ ਖਾਸ ਕਰਕੇ ਉਹ ਜਿਹੜੀਆਂ ਲੜਕੀਆਂ ਜਿਨ੍ਹਾਂ ਨਾਲ ਬੇਇਨਸਾਫੀ ਹੁੰਦੀ ਆ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਸਾਡਾ ਜਿਹੜਾ ਆ ਉਹ 2-3 ਦਿਨਾਂ ਦੇ ਵਿੱਚ ਹੀ ਉੱਥੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਉਸ ਸੰਘਰਸ਼ ਦੇ ਵਿੱਚ ਜਿਹੜਾ ਸ਼ਰੀਕ ਹੋਊਗਾ। ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਵੀ ਸ਼੍ਰੋਮਣੀ ਕਮੇਟੀ ਜਲਦ ਰਾਸ਼ਟਰਪਤੀ ਨੂੰ ਮਿਲੇਗੀ, ਜਿਸ ਦੇ ਲਈ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਗਿਆ ਹੈ। SGPC ਨੇ 26 ਲੱਖ ਦੇ ਕਰੀਬ ਪਰਫਾਰਮੇ ਭਰੇ ਨੇ, ਜੋ ਜਲਦ ਰਾਜਪਾਲ ਦੇ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਜਾਣਗੇ।
ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਤੋਂ ਖੋਲ ਦਿੱਤੇ ਗਏ ਨੇ। ਪਹਿਲੇ ਦਿਨ 2000 ਤੋਂ ਜ਼ਿਆਦਾ ਸ਼ਰਧਾਲੂਆਂ ਵੱਲੋਂ ਦਰਸ਼ਨ ਕੀਤੇ ਗਏ ਨੇ। ਰਿਪੋਰਟ ਵਿੱਚ ਦਰਸ਼ਨ ਕਰਾਂਗੇ ਸ੍ਰੀ ਹੇਮਕੁੰਟ ਸਾਹਿਬ ਦੇ। सफेद चादर दे नाल ढके पहाड़ां दा सुंदर नज़ारा, बोले सोनिहाल दे जयकारियां दे नाल गूंजिया वातावरण। यह अलौकिक नज़ारा है सिखां दे पवित्र स्थान 10वें पातशाही श्री गुरु गोबिंद सिंह जी दे तप स्थान श्री हेमकुंट साहिब जी दा। मई शनिवार सवेरे 10:30 बजे पूरे सिख मर्यादा ते खालसाई जाहो जलाल दे नाल गुरुद्वारा श्री हेमकुंट साहब दे कवाड़ खोल दिते गए ने ते हुण सिख संगत श्री हेमकुंट साहब दे दर्शन दीदारियां दे लई जा सकदी है। पहले दिन 2000 तो वध श्रद्धालुआं ने दर्शन कीते। बोले सोनिहाल दे जयकारियां दे नाल माहौल गूंज उठिया। सवेरे 4 बजे श्रद्धालु गोबिंद धाम तो निकले ते श्री हेमकुंट साहब पहुंचे। स्नान करके दर्शन किए। उस तो बाद सवेरे 10:30 बजे श्री गुरु ग्रंथ साहब जी दे पहुंचते ही सुखमनी साहब दा पाठ शुरू होया। पाठ तो बाद कीर्तन होया ते इस तरह दे नाल इस साल दी श्री हेमकुंट साहब दी यात्रा दी शुरुआत हुई। नगर कीर्तन दे नाल श्री हेमकुंट साहब दे कपाट खुले। साल 2023 ਦੇ ਲਈ ਸੰਗਤ ਦਾ ਪਹਿਲਾ ਜੱਥਾ ਗੁਰੂ ਚਰਨਾਂ ਵਿੱਚ ਨਤਮਸਤਕ ਹੋਇਆ। ਸਾਲ ਵਿੱਚ ਕੇਵਲ ਇੱਕ ਵਾਰ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲਦੇ ਨੇ, ਇਸ ਲਈ ਸੰਗਤ ਵਿੱਚ ਵੀ ਭਾਰੀ ਉਤਸ਼ਾਹ ਰਹਿੰਦਾ ਹੈ। बर्फीले ग्लेशियर विच नगर कीर्तन दे नाल श्री गुरु ग्रंथ साहब जी दे स्वरूप दरबार साहब लिआंदे जांदे ने ते प्रकाश उपरंत संगत गुरु चरनां विच नतमस्तक हुंदी है। श्री हेमकुंट साहब दे कवाड़ खुलन दे नाल हर एक श्रद्धालु दी दिली तमन्ना हुंदी है कि इस महान स्थान ते दर्शन दीदारे कर सके। पर इस बार ग्लेशियर दे ना पिघलन दे कारण संगत नूं बहुत परेशानी दा सामना भी करना पै रिहा है। हालांकि फौज वालों बर्फ नूं कट के बेशक रस्ता बनाया गया है। पर ठंड ज्यादा अते ऑक्सीजन की कमी होने के कारण संगत नूं ज्यादा देर रुकण नहीं दिता जाएगा ते दर्शन करके संगत नूं वापस आना पएगा। 60 साल तो वध उम्र दे अते बीमार लोग भी श्री हेमकुंट साहब दे दर्शन नहीं कर सकणगे। चमौली जिला प्रशासन की अपील ते गुरुद्वारा प्रबंधकां वालों ऋषिकेश विखे इन्हां संगत नूं रोकिया जाएगा। हालांकि बर्फ पिघलन तो बाद अजिहे यात्रियों नूं श्री हेमकुंट साहब दे दर्शन करन दी इजाजत दित्ती जाएगी। हर साल इत्थे लखां ही श्रद्धालु मत्था टेकदे ने। श्री हेमकुंट साहब दी यात्रा दे लई करीब 19 किलोमीटर पैदल सफर करना पैंदा है। समुंदर तल तो 15,200 फुट की ऊंचाई ते पहाड़ी रस्ता होने करके थकावट होना सुभावक है। संगत की सहूलत के लिए गोबिंद धाम विखे बहुत ही सुंदर उपराला भी किया गया है, जिथे पहुंची संगत की मालिश करने के लिए विशेष टीम भी तैयार की गई है। इस साल उत्तराखंड सरकार दे सैर सपाटा विभाग वालों तीर्थ यात्रियों ते उन्हां दे वाहनां दी रजिस्ट्रेशन भी लाजमी की गई है। इस संबंधी सरकार वालों वैब पोर्टल दे नाल रजिस्ट्रेशन केंद्र भी जिवें राही होटल हरिद्वार, गुरुद्वारा ऋषिकेश अते ISBT ऋषिकेश सने होर वख-वख स्थानां उपर खोले गए ने। यह यात्रा अक्तूबर तक जारी रहेगी ते वड्डी गिनती विच संगत श्री हेमकुंट साहब दे दर्शन दीदारे करके वापस परतेगी। फिलहाल पंजाब मेल विच अज दे लई इन्ना ही। तुसीं मैनूं दिओ इजाजत। प्रदेश दुनिया ते पंजाब दीआं वड्डीआं खबरां जानण दे लई तुसीं बणे रहो ABP सांझा दे नाल।